जी रीडिंग के वारी वारी क्वेश्चन सॉल्व करते हैं। सब तो पहला टाइप देखते हैं ट्रू फॉल्स एंड नॉट गिवन। ठीक है, ਇਹਦੇ ਵਿੱਚ ਹੁਣ ट्रू ਦਾ सिग्निफिकेंस ਹੁੰਦਾ क्वेश्चन ਜਿੱਦਾਂ ਆਮ ਨਾਰਮਲੀ ਗਿਵਨ ਹੁੰਦੇ ਆ, ਸਟੇਟਮੈਂਟਸ ਗਿਵਨ ਹੁੰਦੀਆਂ, ਪੈਸੇਜ ਤੋਂ ਪੜ੍ਹ ਕੇ ਆਪਾਂ ਲਾਉਣਾ ਹੁੰਦਾ ਵੀ ਇਹ ਟਰੂ ਹੈ ਜਾਂ ਫਾਲਸ ਹੈ। ट्रू उदों होंदी है स्टेटमेंट जदों सेम आपां टैक्सट दे विच चीज़ मिल जाए। सेम डजन मीन भी एग्जैक्ट सेम कॉपी किए हुए वर्ड्स मिलणगे, सेम मीनस भी मीनिंग सेम होगा। उस तो बाद स्टेटमेंट फॉल्स। जो स्टेटमेंट उहदे ओपोजिट होगी टैक्सट दे, लास्ट आ जाता नॉट गिवन। हुण नॉट गिवन सब तो कन्फ्यूजिंग लगता। ਜਿਹੜੇ ਉੱਥੇ ਗਿਵਨ ਹੁੰਦੇ ਆ ਕੁਐਸਚਨਾਂ ਦੇ ਵਿੱਚ ਸਿਰਫ ਇਦਾਂ ਲਿਖਿਆ ਹੁੰਦਾ ਵਾ ਇਨਫੋਰਮੇਸ਼ਨ ਇਜ਼ ਨਾਟ ਪ੍ਰੈਜ਼ੈਂਟ ਇਨ ਟੈਕਸਟ। ਇਹਦਾ ਅਸਲੀ ਮਤਲਬ ਹੈ when you are यानी कि जिन्नी की इनफॉर्मेशन गिवन होंगी है क्वेश्चन दे विच, सॉरी पैसेज दे विच, ਉਹਦੇ अकॉर्डिंग ਜਿਹੜੇ ਆ ਆਪਾਂ ਜੱਜ नहीं कर पाते भी वो ट्रू है या फिर फॉल्स है। ठीक है, ਹੁਣ ਇਹਨੂੰ ਕਰਨ ਦਾ ਮੈਥਡ ਕੀ ਆ, ਜਦੋਂ ਵੀ ਸਟੇਟਮੈਂਟ ਆਏ ਉਹਨੂੰ ਡਿਵਾਈਡ ਕਰਨਾ। पहली वाली जी मेन कंटेंट होगी, सेकंड वाली फाइंड द इनफो, यानी कि पहला एक मेन कंटेंट रखना ते दूसरा रखना फाइंड द इनफो। हुण इहनूं मैं कह दूंगा सेकेंडरी इनफॉर्मेशन, ये होगी मेरी प्राइमरी। सपोज स्टेटमेंट आउंदी है आ क्वेश्चन की स्टेटमेंट गिवन है, जनवरी इज द कोल्डेस्ट मंथ ऑफ द ईयर। ठीक है, एक स्टेटमेंट गिवन है
ਹੁਣ ਜੇ ਆਪਾਂ ਆ ਸਟੇਟਮੈਂਟ ਨੂੰ ਦੇਖੀਏ, ਮੈਨੀ ਪੀਪਲ ਡਾਈਡ ਇਨ ਜਨਵਰੀ ਡਿਊ ਟੂ ਲੋ ਟੈਂਪਰੇਚਰ ਐਂਡ ਹੈਵੀ ਸਨੋਫਾਲ। ਇਹਦੇ ਵਿੱਚ ਹੁਣ ਮੈਂ ਡਿਵਾਈਡ ਕਰਨਾ ਸਟੇਟਮੈਂਟ ਨੂੰ ਇੱਕ ਪ੍ਰਾਇਮਰੀ ਦੇ ਵਿੱਚ ਤੇ ਇੱਕ ਸੈਕੰਡਰੀ ਦੇ ਵਿੱਚ। ਠੀਕ ਹੈ, ਹੁਣ ਮੇਰੀ ਜਿਹੜੀ ਇੰਡੀਪੈਂਡੈਂਟ ਸਟੇਟਮੈਂਟ ਦਾ ਮਤਲਬ ਜਿਹਦਾ ਨਿਕਲਦਾ ਹੋਏਗਾ ਉਹਨੂੰ ਮੈਂ ਪ੍ਰਾਇਮਰੀ ਰੱਖੂੰਗਾ। ਮੈਨੀ ਪੀਪਲ ਡਾਈਡ ਇਨ ਜਨਵਰੀ ਆ ਮੇਰੀ ਹੋਗੀ ਪ੍ਰਾਇਮਰੀ। ਡਿਊ ਟੂ ਲੋ ਟੈਂਪਰੇਚਰ ਐਂਡ ਹੈਵੀ ਸਨੋਫਾਲ, ਹੈਵੀ ਸਨੋਫਾਲ ਇੱਕ ਫੈਕਟਰ ਆ ਗਿਆ ਤੇ ਲੋ ਟੈਂਪਰੇਚਰ ਇੱਕ ਫੈਕਟਰ ਆ ਗਿਆ। ਹੁਣ ਇਨ ਕੇਸ ਮੈਨੂੰ ਪੈਸੇਜ ਦੇ ਵਿੱਚ ਗਿਵਨ ਆ ਆ ਮੇਰੀ ਥੱਲੇ ਗਿਵਨ ਆ ਮੋਸਟ ਆਫ ਦ ਪੀਪਲ ਡਾਈਡ ਇਨ ਦ ਮੰਥ ਆਫ ਜਨਵਰੀ ਡਿਊ ਟੂ ਨਿਊਮਰਸ ਫੈਕਟਰਸ ਇਨਕਲੂਡਿੰਗ ਟੈਂਪਰੇਚਰ ਐਂਡ ਸਨੋ। ਇਹਦੇ ਵਿੱਚ ਪ੍ਰਾਇਮਰੀ ਸਟੇਟਮੈਂਟ ਵੀ ਗਿਵਨ ਹੈ, ਯਾਨੀ ਕਿ ਆ ਵਾਲੀ ਮੇਨ ਜਿਹੜੀ ਸਟੇਟਮੈਂਟ ਆ ਕਾਫੀ ਲੋਕੀ ਜਨਵਰੀ ਦੇ ਵਿੱਚ ਮਰ ਗਏ, ਆ ਵੀ ਗਿਵਨ ਹੈ। ਤੇ ਸੈਕੰਡਰੀ ਵੀ ਗਿਵਨ ਹੈ ਨਿਊਮਰਸ ਫੈਕਟਰਸ ਜਿਹੜੇ ਕਿ ਟੈਂਪਰੇਚਰ ਤੇ ਸਨੋ। ਸੋ ਇਸ ਸਟੇਟਮੈਂਟ ਦਾ ਫਿਰ ਆਨਸਰ ਆ ਜਾਏਗਾ ਟਰੂ। ਕਲੀਅਰ। ਹੁਣ ਇਨ ਕੇਸ ਆ ਗਿਵਨ ਹੈ ਮੈਨੂੰ ਸਟੇਟਮੈਂਟ ਪੈਸੇਜ ਦੇ ਵਿੱਚ, ਪੈਸੇਜ 'ਚ ਗਿਵਨ ਹੈ ਮੈਨੂੰ ਦ ਟੈਂਪਰੇਚਰ ਇਨ ਦ ਮੰਥ ਆਫ ਜਨਵਰੀ ਵਾਸ ਕੁਆਇਟ ਲੋ ਡਿਊ ਟੂ ਮੋਰ ਸਨੋਫਾਲ। ਹੁਣ ਆ ਤਾਂ ਗਿਵਨ ਹੈ ਨਾ ਵਾਲੀ ਸਟੇਟਮੈਂਟ ਲੋ ਟੈਂਪਰੇਚਰ ਐਂਡ ਹੈਵੀ ਸਨੋਫਾਲ, ਇੱਥੇ ਕੁਐਸਚਨ ਦੇ ਵਿੱਚ ਵੀ ਹੈਗੀ ਆ ਤੇ ਪੈਸੇ ਦੇ ਵਿੱਚ ਵੀ ਹੈਗੀ ਆ। ਇਟ ਡਜ਼ਨਟ ਮੀਨਸ ਵੀ ਇਹਦਾ ਆਨਸਰ ਜਿਹੜਾ ਟਰੂ ਜਾਂ ਫਾਲਸ ਆਊਗਾ, ਇਹਦਾ ਆਨਸਰ ਵੀ ਨਾਟ ਗਿਵਨ ਆਏਗਾ, ਕਿਉਂਕਿ ਮੇਰੀ ਪ੍ਰਾਇਮਰੀ ਸਟੇਟਮੈਂਟ ਜਿਹੜੀ ਆ ਵਾਲੀ ਆ ਮੋਸਟ ਪੀਪਲ ਡਾਈਡ ਇਨ ਜਨਵਰੀ, ਇਹ ਨਹੀਂ ਗਿਵਨ। ਠੀਕ ਹੈ, ਜੇ ਪ੍ਰਾਇਮਰੀ ਗਿਵਨ ਹੋਏਗੀ ਤੇ ਆਨਸਰ ਟਰੂ ਜਾਂ ਫਾਲਸ ਆਊਗਾ, ਜੇ ਪ੍ਰਾਇਮਰੀ ਗਿਵਨ ਨਹੀਂ ਹੋਊਗੀ ਸੈਕੰਡਰੀ ਚਾਹੇ ਪੂਰੀ ਦੀ ਪੂਰੀ ਸੇਮ ਭਾਵੇਂ ਇਦਾਂ ਹੀ ਪੈਸੇ ਦੇ ਵਿੱਚ ਗਿਵਨ ਹੋਵੇ ਤਾਂ ਵੀ ਇਹਦਾ ਆਨਸਰ ਜਿਹੜਾ ਨਾਟ ਗਿਵਨ ਹੀ ਆਊਗਾ। ਮੈਂ ਰਿਪੀਟ ਕਰ ਦਿੰਦਾ, ਜੇ ਪ੍ਰਾਇਮਰੀ ਐਬਸੈਂਟ ਹੈ, ਸੈਕੰਡਰੀ ਪ੍ਰੈਜ਼ੈਂਟ ਹੈ, then ਆਨਸਰ ਇਹਦਾ ਆਏਗਾ not given। ਠੀਕ ਹੈ, ਹੁਣ ਇੱਕ ਹੋਰ ਸਟੇਟਮੈਂਟ ਜੇ ਆਪਾਂ ਚੱਲਦੇ ਹਾਂ, ਆ ਸਟੇਟਮੈਂਟ ਗਿਵਨ ਹੈ many citizens died due to accidents in the January month। ਹੁਣ many people died in January ਪ੍ਰਾਇਮਰੀ ਸਟੇਟਮੈਂਟ ਮੇਰੀ ਗਿਵਨ ਸੀ, ਆ ਗਿਵਨ ਹੈ, ਇਟ ਮੀਨਸ ਇਹਦਾ ਆਨਸਰ ਨਾਟ ਗਿਵਨ ਤੇ ਨਹੀਂ ਆਊਗਾ। ਅੱਗੇ ਸੈਕੰਡਰੀ ਸਟੇਟਮੈਂਟ 'ਚ ਕੀ ਹੀ ਲੋ ਟੈਂਪਰੇਚਰ ਤੇ ਹੈਵੀ ਸਨੋਫਾਲ, ਬਟ ਇਹਦੇ ਉੱਥੇ ਉਲਟ ਗਿਵਨ ਹੈ ਐਕਸੀਡੈਂਟਸ ਕਰਕੇ ਡਾਈਡ ਹੋ ਗਏ। ਸੋ ਇਹਦਾ ਆਨਸਰ ਆ ਜਾਏਗਾ ਸਿੰਪਲੀ ਫਾਲਸ। ਕਲੀਅਰ। ਟਰੂ ਨਾਟ ਗਿਵਨ ਤੇ ਫਾਲਸ ਕਿਸ ਤਰੀਕੇ ਨਾਲ ਆਊਗਾ? ਇਸ ਕੁਐਸਚਨ ਦੇ ਵਿੱਚ ਕੋਈ ਡਾਊਟ ਹੋਵੇ ਤਿੰਨਾਂ ਪੈਸੇਜ ਤਿੰਨਾਂ ਸਟੇਟਮੈਂਟਸ ਦੇ ਅਕੋਰਡਿੰਗ, ਇਹਨਾਂ ਨੂੰ ਸਮਝ ਲਿਓ ਹੁਣ ਚੰਗੀ ਤਰੀਕੇ ਨਾਲ।
ਇਹਨਾਂ ਦੇ ਅਕੋਰਡਿੰਗ ਕੋਈ ਡਾਊਟ ਹੋਵੇ? नो सर। नो सर। नो सर। ट्रू कितना आया, फॉल्स कितना आया ते नॉट गिवन कितना आया? प्राइमरी स्टेटमेंट एब्सेंट होवे ते then directly answer not given, ठीक है। जे प्राइमरी स्टेटमेंट प्रेजेंट है जे प्राइमरी स्टेटमेंट ही नहीं गिवन तो आंसर डायरेक्टली नॉट गिवन ला देना। आंसर जे प्राइमरी स्टेटमेंट प्रेजेंट है, आंसर जेड़ा आ डिपेंड करेगा या ट्रू भी हो सकता हो ते फॉल्स भी हो सकता। ठीक है, ट्रू if secondary statement is present, false if secondary statement is absent। क्लियर है इतना कितने तक? यस सर। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗਾ ਪ੍ਰਾਇਮਰੀ ਤੇ ਸੈਕੰਡਰੀ ਜਿਹੜੀ ਸਟੇਟਮੈਂਟ ਆ ਲੱਭਣੀ ਆਉਣੀ ਚਾਹੀਦੀ ਹੈ। ਠੀਕ ਹੈ, ਵੀ ਲੱਭਣੀ ਕਿਹੜੀ ਹੈ। प्राइमरी केड़ी है, सेकेंडरी केड़ी है? जनवरी जेडी है वो प्राइमरी है। हाँ जी, जनवरी प्राइमरी है, प्राइमरी स्टेटमेंट। ओके, जनवरी प्राइमरी है। ते कोल्डेस्ट मंथ जेड़ा है ए या सेकेंडरी। ठीक है, कोल्डेस्ट मंथ जेड़ा वा वो सेकेंडरी हो गई। ओके, हुण इहदा आंसर दिओ फिर। December is the coldest month of the year। की आंसर आऊगा क्वेश्चन का? आंसर फॉल्स ही आएगा क्योंकि ਇਹਦੇ opposite ਹੀ जनवरी होती है। फॉल्स आएगा, बट ਆਪਾਂ ਦੇ ਪਿੱਛੇ ਪੜਿਆ ਸੀਗਾ ਜੇ ਪ੍ਰਾਇਮਰੀ ਐਬਸੈਂਟ ਆ ਤੇ ਆਂਸਰ ਨਾਟ ਗਿਵਨ ਹੋਣਾ ਚਾਹੀਦਾ। ਇੱਥੇ ਤੇ ਹਰ ਇੱਕੋ ਸਟੇਟਮੈਂਟ ਲੱਗਣ ਦੀ ਮੈਨੂੰ ਤੇ ਪ੍ਰਾਇਮਰੀ ਕੱਲੀ। ਇੱਥੇ ਤੇ ਜਨਵਰੀ ਦਾ ਨਾਮ ਹੀ ਨਹੀਂ ਕਿਤੇ। ਹੁਣ ਤਜਿੰਦਰ
ਜੇ ਤੁਸੀਂ ਪ੍ਰਾਇਮਰੀ ਤੇ ਸੈਕੰਡਰੀ ਸਟੇਟਮੈਂਟ ਗਲਤ ਫਾਈਂਡ ਆਊਟ ਕਰ ਲਈ, ਪਿੱਛੇ ਵਾਲਾ ਰੂਲ ਜਿਹੜਾ ਤੁਹਾਡੇ ਲਈ ਬਿਲਕੁਲ ਕੈਨਸਲ ਹੋ ਜਾਣਾ, ਤੁਸੀਂ ਉਹਦਾ ਆਨਸਰ ਸਗੋਂ ਹੀ ਉਲਟਾ ਲਾ। ਠੀਕ ਆ, ਹੁਣ ਪ੍ਰਾਇਮਰੀ ਤੇ ਸੈਕੰਡਰੀ ਫਾਈਂਡ ਆਊਟ ਕਰਨੀ ਕਿੱਦਾਂ ਆ ਉਹ ਵੇਖ ਲਓ। ਜਦੋਂ ਸਿੰਪਲ ਸਟੇਟਮੈਂਟ ਆਵੇ ਮਾਈ ਨੇਮ ਇਜ਼ ਰੈਨੋਲਡ, ਠੀਕ ਹੈ, ਵਟ ਲਗਾ ਕੇ ਕੁਐਸਚਨ ਪੁੱਛਣਾ ਵਰਬ ਨੂੰ ਯੂਜ਼ ਕਰਕੇ। ਹੁਣ ਜਿਹੜੀ ਇੱਥੇ ਕੁਐਸਚਨ 'ਚ ਵੀ ਯੂਜ਼ ਹੋਊਗੀ ਵਟ ਇਜ਼ ਯੂਰ ਨੇਮ ਇੱਥੇ ਪੁੱਛਿਆ, ਜਿਹੜੀ ਕੁਐਸਚਨ 'ਚ ਵੀ ਯੂਜ਼ ਹੋ ਰਹੀ ਆ ਉਹ ਹੋ ਗਈ ਪ੍ਰਾਇਮਰੀ। ਯੂਰ ਨੇਮ, ਮਾਈ ਨੇਮ ਆ ਹੋ ਗਈ ਪ੍ਰਾਇਮਰੀ। ਹੁਣ ਜਿਹੜਾ ਰੈਨੋਲਡ ਆ ਉਹ ਸੈਕੰਡਰੀ ਹੋਊਗਾ। ਕਲੀਅਰ ਆ? ਪਰ ਸਮਝ ਨਹੀਂ ਲੱਗੀ। The coldest month of year ਜਿਹੜੀ ਹੈਗੀ ਇਹ ਪ੍ਰਾਇਮਰੀ ਹੋ ਗਈ ਤੇ ਜਨਵਰੀ ਜਿਹੜੀ ਹੋ ਗਈ ਉਹ ਸੈਕੰਡਰੀ ਹੋ ਗਈ। ਆਪਾਂ ਛੋਟੇ ਹੁੰਦੇ ਜਦੋਂ ਕੋਈ ਦੱਸੇ ਹੀ ਆਨਸਰ ਇਜ਼ ਕਾਲਡ, ਅੱਗੇ ਦੱਸਦੇ ਡੈਫੀਨੇਸ਼ਨ ਦਾ ਆਨਸਰ ਹੈ ਨਾ। ਜਦੋਂ ਤੁਹਾਨੂੰ ਕੋਈ ਪੁੱਛਦਾ ਸੀਗਾ ਵੀ ਅਰਥ ਦੀ ਡੈਫੀਨੇਸ਼ਨ ਪੁੱਛਦਾ ਕੋਈ, ਠੀਕ ਆ, ਮੈਂ ਸਾਰਾ ਕੁਝ ਲਿਖ ਕੇ ਆਪਣਾ ਜੋ ਵੀ ਇਹਦੀ ਡੈਫੀਨੇਸ਼ਨ ਆ ਉਹ ਤੋਂ ਐਂਡ ਦੇ ਆਨਸਰ ਤੇ ਲਾਉਂਦਾ ਸੀ ਇਜ਼ ਕਾਲਡ ਅਰਥ। ਸਕੂਲ ਟਾਈਮ ਇਦਾਂ ਹੀ ਕਰਦੇ ਸੀ ਆਪਾਂ। ਠੀਕ ਆ, ਹੁਣ ਜਿਹੜਾ ਲਾਸਟ ਤੇ ਚੀਜ਼ ਆਊਗੀ ਨਾ ਇਹਦੇ ਇਜ਼ ਕਾਲਡ ਅਰਥ ਵਾਲੀ ਉਹ ਸੈਕੰਡਰੀ ਹੋਊਗੀ ਤੁਹਾਡੀ। ਇਦਾਂ ਆਪਣੇ ਮਾਈਂਡ ਦੇ ਵਿੱਚ ਕੁਐਸਚਨ ਪੁੱਟ ਕਰਨਾ ਹੈ। ਸਮਝ ਲੱਗੀ ਤੇਜਿੰਦਰ ਕਿ ਨਹੀਂ? ਹਾਂਜੀ ਸਰ। ਜੇ ਸਮਝ ਨਹੀਂ, ਜਿੰਨੀ ਦੇਰ ਸਮਝ ਨਹੀਂ ਲੱਗੂਗੀ ਅੱਜ ਉਨੀ ਦੇਰ ਅੱਗੇ ਨਹੀਂ ਚੱਲਣਾ ਆਪਾਂ। ਇਹ ਸਪੈਸ਼ਲ ਕਲਾਸ ਲੱਗੀ ਇਸੇ ਕਰਕੇ। ਜੇ ਨਹੀਂ ਸਮਝ ਲੱਗੂਗੀ ਤੇ ਬਾਰ-ਬਾਰ ਪੁੱਛੀ ਜਾਣਾ। ਠੀਕ ਹੈ ਸਰ। ਹੁਣ ਸਟੇਟਮੈਂਟ ਕਈ ਵਾਰੀ ਆਉਂਦੀ ਹੈ ਡਬਲ ਸਟੇਟਮੈਂਟ, ਜਿੱਦਾਂ ਉੱਪਰ ਵਾਲੀ ਸੀਗੀ। ਸਾਰਾ ਲੈਕਚਰ ਰਿਕਾਰਡ ਵੀ ਹੋਣ ਦਿਆ ਵਾ। ਜਦੋਂ ਤੁਸੀਂ ਇਹਨੂੰ ਹਫਤੇ ਬਾਅਦ ਮੈਂ YouTube ਤੇ ਅਪਲੋਡ ਕਰਕੇ ਤੁਹਾਨੂੰ ਸਾਰਿਆਂ ਨੂੰ ਦੇ ਦੇਣੀ ਹੈ ਵੀਡੀਓ, ਤੁਸੀਂ ਇਹਨੂੰ ਬਾਰ-ਬਾਰ ਦੇਖ ਵੀ ਸਕਦੇ ਹੋ ਤੇ ਜਦੋਂ ਕੋਈ ਕਨਫਿਊਜ਼ਨ ਹੁੰਦੀ ਹੈ ਦੁਬਾਰਾ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਠੀਕ ਆ, ਹਫਤੇ ਬਾਅਦ? ਹਾਂਜੀ, ਹਰ ਹਫਤੇ ਬਾਅਦ ਇਸ ਵੀਡੀਓ ਨੂੰ ਦੇਖ ਲਿਆ ਕਰੋ। ਅਪਲੋਡ ਤੇ ਅੱਜ ਹੀ ਹੋ ਜੂਗੀ। ਹੁਣ ਕਈ ਵਾਰੀ ਕੁਐਸਚਨ ਆਉਂਦੇ ਆ ਕਨੈਕਟਰਸ ਲਗਾ ਕੇ। ਹੁਣ ਜਿੱਦਾਂ ਇਹਦੇ ਵਿੱਚ ਲੱਗਾ ਹੈ ਕਨੈਕਟਰ ਡਿਊ ਟੂ, ਠੀਕ ਹੈ, ਇਸ ਕੇਸ ਦੇ ਵਿੱਚ ਜਿਹੜਾ ਰੀਜ਼ਨ ਹੁੰਦਾ ਵਾ ਉਹ ਸੈਕੰਡਰੀ ਸਟੇਟਮੈਂਟ ਬਣੇਗੀ। ਠੀਕ ਹੈ, ਤੇ ਜਿਹੜਾ ਮੇਨ ਹੁੰਦਾ ਵਾ ਉਹ ਪ੍ਰਾਇਮਰੀ। ਹੁਣ ਇਹਦੇ ਵਿੱਚ ਵੇਖੋ ਲੋਕੀ ਮਰੇ, ਉਹਨਾਂ ਦੇ ਮਰਨ ਦਾ ਕਾਰਨ ਕੀ ਸੀਗਾ? ਲੋ ਟੈਂਪਰੇਚਰ ਤੇ ਹੈਵੀ ਸਨੋਫਾਲ। ਇਟ ਮੀਨਸ ਰੀਜ਼ਨ ਸੀਗਾ, ਰੀਜ਼ਨ ਆ ਗਈ ਸੈਕੰਡਰੀ ਸਟੇਟਮੈਂਟ। ਆ ਵਾਲੇ ਆ ਗਏ ਸੈਕੰਡਰੀ ਸਟੇਟਮੈਂਟ। ਠੀਕ ਆ, ਤੇ ਜਿਹੜਾ ਮੇਨ ਕੰਟੈਂਟ ਹੈ ਉਹ ਮੇਨ ਹੀ ਰਹੇਗਾ। ਇਹਦੇ ਵਿੱਚ ਜਦੋਂ ਕਨੈਕਟਰਸ ਆ ਜਾਏ
ਜਦੋਂ ਕਨੈਕਟਰ ਆ ਜਾਏ, ਜਦੋਂ ਕਨੈਕਟਰ ਯੂਜ਼ ਹੁੰਦਾ ਵਾ, ਜਿਹੜਾ ਰੀਜ਼ਨ ਹੋਊਗਾ ਉਹ ਸੈਕੰਡਰੀ ਸਟੇਟਮੈਂਟ, ਤੇ ਜਿਹੜੀ ਬਾਕੀ ਸਟੇਟਮੈਂਟ ਰਹਿ ਗਈ ਉਹ ਮੇਨ ਕੰਟੈਂਟ। ਮੇਨ ਕੰਟੈਂਟ। ਕਲੀਅਰ ਹੈ? ਇਹਦੀ ਐਗਜ਼ਾਮਪਲ ਦੇਖਦੇ ਹੁਣ। ਹੁਣ ਇਹਦੇ ਵਿੱਚੋਂ ਮੇਨ ਸਟੇਟਮੈਂਟ ਕਿਹੜੀ ਹੈ ਤੇ ਸੈਕੰਡਰੀ ਕਿਹੜੀ ਹੈ? Sir, main है people prefer to visit hill station in June and July. The primary temperature in plain areas is extremely ਹੋਗੀ high. ਨਹੀਂ, ਪ੍ਰਾਇਮਰੀ ਹੀ ਮੇਨ ਹੁੰਦੀ ਹੈ। ਪ੍ਰਾਇਮਰੀ ਤੇ ਮੇਨ ਮਤਲਬ ਸੇਮ ਚੀਜ਼ ਆ। ਦੇਖੋ हाँ जी sir, sorry. ਜਿਹੜੀ Or ਸੈਕੰਡਰੀ secondary statement. ਟੈਂਪਰੇਚਰ ਇਨ ਪਲੇਨ ਏਰੀਆਜ਼ ਇਜ਼ ਐਕਸਟ੍ਰੀਮਲੀ ਹਾਈ। ਹਾਈ ਆ ਜਿਹੜੀ ਸਟੇਟਮੈਂਟ ਆ ਇਹ ਸੈਕੰਡਰੀ ਹੈ। ਕਲੀਅਰ ਹੈ ਨਾ? हाँ जी sir. ਪ੍ਰਾਇਮਰੀ ਤੇ ਸੈਕੰਡਰੀ ਫਾਈਂਡ ਆਊਟ ਕਰਨੀ ਆ ਗਈ ਤੇਜਿੰਦਰ? ਹਾਂਜੀ ਸਰ। ਅਮਨ ਤੁਹਾਨੂੰ ਆ ਗਈ ਪ੍ਰਾਇਮਰੀ ਸੈਕੰਡਰੀ ਚ ਕੋਈ ਡਾਊਟ ਤੇ ਨਹੀਂ? No, sir. ਸੁਖਬੀਰ ਮੈਮ ਸਰ ਨੋ Clear ਹੈ? ਸਰ ਯੈਸ ਸਰ ਭੁਪਿੰਦਰ ਮੈਮ ਤੁਹਾਨੂੰ? Yes, ma'am, sir. Yes, sir. ਪ੍ਰਦੀਪ ਮੈਮ? Yes sir. ਠੀਕ ਹੈ। ਹੁਣ ਇਸ ਤੋਂ ਬਾਅਦ ਕੁਝ ਜਿਹੜੇ ਵਰਡਸ ਆ ਜਿਹੜੇ ਪੂਰੀ ਦੀ ਪੂਰੀ ਸਟੇਟਮੈਂਟ ਦਾ ਮੀਨਿੰਗ ਚੇਂਜ ਕਰ ਦਿੰਦੇ ਆ, ਆਪਾਂ ਉਹ ਵੇਖਦੇ ਹਾਂ। ਜਦੋਂ ਵੀ ਕੁਐਸਚਨ ਦੇ ਵਿੱਚ ਨੈਗੇਟਿਵ ਵਰਡਸ ਆ ਰਹੇ ਉਹਨੂੰ ਅੰਡਰਲਾਈਨ ਜ਼ਰੂਰ ਕਰਨਾ, ਡਾਰਕ ਕਰਕੇ ਸੈਪਰੇਟਲੀ। आगे मैंने सानू पैसे की स्टेटमेंट क्वेश्चन गिवन है ਹੁਣ ਇਹਦੇ ਵਿੱਚ ਪ੍ਰਾਇਮਰੀ ਸਟੇਟਮੈਂਟ ਕੀ ਹੋਗੀ oldest month of the year ਉਹ given ਹੈ oldest month of the year Yes. ਇਹਦੇ ਵਿੱਚ ਸੈਕੰਡਰੀ ਸਟੇਟਮੈਂਟ ਕੀ ਹੋਗੀ ਜਨਵਰੀ January. ਸੈਕੰਡਰੀ ਸਟੇਟਮੈਂਟ ਵੀ given ਹੈ ਬਟ ਇਹਦੇ ਵਿੱਚ ਇੱਕ ਵਰਡ given ਹੈ not Not. False. ਇਸ ਕਰਕੇ not ਦੇ ਕਰਕੇ ਸਿਰਫ ਪੂਰੇ ਦਾ ਪੂਰਾ ਆਨਸਰ ਚੇਂਜ ਹੋ ਗਿਆ ਤੇ ਇਹਦਾ ਆਨਸਰ ਆ ਜਾਊਗਾ False. false false. ਠੀਕ ਹੈ ਇਹ ਹੈਗੇ ਸਿੰਪਲ ਬਿਲਕੁਲ ਸਿੰਪਲ ਜਿਸ ਚ ਕਲੀਅਰਲੀ not ਆ ਜਾਂਦਾ
ਪ੍ਰੋਬੇਬਲ ਸਟੇਟਮੈਂਟ ਵੱਲ ਵੇਖਦੇ ਹਾਂ। ਪ੍ਰੋਬੇਬਲ ਦੇ ਵਿੱਚ ਕੁਐਸਚਨ ਹੈ ਮੈਨੂੰ ਸੌਰੀ ਆ ਕੁਐਸਚਨ ਹੈ ਪੈਸੇ ਦੀ ਸਟੇਟਮੈਂਟ ਕਿਵੇਂ ਹੈ ਆ ਕੁਐਸਚਨ ਹੈ ਹੁਣ True. ਇਹਦੀ ਪ੍ਰਾਇਮਰੀ ਸਟੇਟਮੈਂਟ ਕੀ ਹੋਗੀ ਕੋਲਡੈਸਟ ਇੱਥੇ ਆ ਗਿਆ ਜੀ ਹੁਣ ਇਹਦਾ ਆਨਸਰ ਕੀ ਹੋਊਗਾ True. True. ਟਰੂ ਨਾਟ ਗਿਵਨ ਆਨਸਰ ਹੋਊਗਾ ਕਿਉਂਕਿ ਕੁਐਸਚਨ ਦੇ ਵਿੱਚ ਪੈਸੇ ਕੁਐਸਚਨ ਹੈ ਕਨਫਰਮ ਸਟੇਟਮੈਂਟ ਵੀ ਜਨਵਰੀ ਹੀ ਸਭ ਤੋਂ ਠੰਡਾ ਮੰਥ ਹੈ ਠੀਕ ਹੈ ਇਹਨੂੰ ਆਪਾਂ ਕਹਿ ਦਿੰਦੇ ਕਨਫਰਮਡ ਐਂਡ ਪ੍ਰੋਬੇਬਲ क्वेश्चन है कंफर्म स्टेटमेंट बट पैसेज है प्रोबेबल स्टेटमेंट प्रोबेबल मतलब इंफॉर्मेशन कंप्लीट नहीं गिवन ਹੁਣ ਇਹਦੇ ਵਿੱਚ ਇਨਫੋਰਮੇਸ਼ਨ ਕਿਉਂ ਨਹੀਂ ਗਿਵਨ ਕਿਉਂਕਿ ਜਨਵਰੀ ਇਜ਼ ਵਨ ਆਫ ਦਾ ਕੋਲਡੈਸਟ ਮੰਥਸ ਅਮੰਗ 12 ਮੰਥਸ ਹੋ ਸਕਦਾ ਕੋਲਡੈਸਟ ਜਿਹੜਾ ਦਸੰਬਰ ਵੀ ਹੋਵੇ ਫੈਬਰੂਅਰੀ ਵੀ ਹੋਵੇ ਦਸੰਬਰ ਫੈਬ ਜਨ ਉਹਦੇ ਵਿੱਚੋਂ ਵਨ ਆਫ ਦਾ ਕੋਲਡੈਸਟ ਜਿਹੜਾ ਵਾ ਵੀ ਜਨ ਦੱਸਿਆ ਗਿਆ ਵਾ ਬਟ ਸਭ ਤੋਂ ਉਹ ਤੇ ਨਹੀਂ ਕਲੀਅਰ ਮੈਨੂੰ ਕੁਝ ਪੈਸੇਜ ਵਿੱਚ ਇਹ ਨਹੀਂ ਦੱਸਿਆ ਵੀ ਜਨਵਰੀ ਹੀ ਸਭ ਤੋਂ ਕੋਲਡੈਸਟ ਆ one of the year it means December भी हो सकता February हो सकता but question च मैंने confirm समझ लगन दी है कि नहीं Yes, sir. if passage is probable and question is not then answer not given 99% 99 False नहीं होगा हाँ जी नहीं सर false नहीं होगा नहीं नहीं 99% मैं इस करके लिखा भी हो सकता कोई इदां दा क्वेश्चन होवे जिहदे विच चेंज भी हो सकता वो इस करके भी जिहड़ा इत्थे वर्ड लगा वन ऑफ दी वो चेंज कर सकता आंसर ठीक है फॉल्स इस करके नहीं हैगा कि मैंने इन्फॉर्मेशन क्लियर ही नहीं है आप इत्थे देखो सब तो ऊपर लिखा नॉट गिवन कदों आ व्हेन इन्फॉर्मेशन इज नॉट प्रेजेंट इन टेक्स्ट यानी कि ਤੁਸੀਂ ਜੱਜ ਨਾ ਕਰ ਪਾਓ ਟਰੂ ਆ ਜਾਂ ਫਿਰ ਫਾਲਸ ਆ ਠੀਕ ਆ ਫਾਲਸ ਉਦੋਂ ਹੋਊਗਾ ਜਦੋਂ ਆਪੋਜ਼ਿਟ ਸਟੇਟਮੈਂਟ ਗਿਵਨ ਹੋਗੀ ਹੁਣ ਜਿੱਦਾਂ ਮੈਨੂੰ ਇੱਥੇ ਜਨਵਰੀ ਗਿਵਨ ਆ ਕਨਫਰਮਡ ਆ ਉੱਪਰ ਮੈਨੂੰ ਕਨਫਰਮਡ ਗਿਵਨ ਹੁੰਦਾ ਫੈਬਰੂਅਰੀ ਜਾਂ ਦਸੰਬਰ ਆ ਫਿਰ ਫਾਲਸ ਹੋਣਾ ਸੀ ਅਦਰਵਾਈਜ਼ ਨਹੀਂ ਠੀਕ ਆ ਇੱਥੇ ਮੈਨੂੰ ਕਨਫਰਮਡ ਕਲੀਅਰ ਹੁੰਦਾ ਜਨਵਰੀ ਹੀ ਕੋਲਡੈਸਟ ਹੈ ਫਿਰ ਇੱਥੇ ਟਰੂ ਹੋਣਾ ਸੀ ਮੈਨੂੰ ਇੱਥੇ ਕੁਝ ਵੀ ਕਲੀਅਰ ਨਹੀਂ ਹੈਗਾ ਵਨ ਆਫ ਦੀ ਜਨਵਰੀ ਜਿਹੜਾ ਠੰਡੇ ਮਹੀਨਿਆਂ ਦੇ ਵਿੱਚੋਂ ਇੱਕ ਠੰਡਾ ਮਹੀਨਾ ਆ ਬਟ ਸਭ ਤੋਂ ਠੰਡਾ ਜਨਵਰੀ ਹੀ ਆ ਇਹ ਮੈਨੂੰ ਕਲੀਅਰ ਨਹੀਂ ਹੈਗਾ ਇਸ ਕਰਕੇ ਦਾ ਆਨਸਰ ਇੱਥੇ ਨਾਟ ਗਿਵਨ ਆਇਆ ਕਲੀਅਰ ਹੈ ਇਹਦਾ ਹਾਂਜੀ ਸਾਰਿਆਂ ਨੂੰ ਕਲੀਅਰ ਹੈ ਕਿ ਨਹੀਂ yes sir Yes, yes sir. ਹੁਣ ਪ੍ਰੋਬੇਬਲ ਵਾਲੇ ਵਰਡ ਨੋਟ ਕਰਾ ਦੇਣਾ ਥੋੜੇ ਜਿਹੇ ਵੀ ਕਿਹੜੇ ਵਰਡਸ ਆ ਜਿਹੜੇ ਆਨਸਰ ਚੇਂਜ ਕਰੇ ਹਾਂਜੀ some many most of the इतना करके maybe any
probably some can one of ਹੁਣ ਇੱਥੇ can ਦਾ ਧਿਆਨ ਰੱਖਿਓ can confirmed ਆ one of the ਇਦਾਂ ਦੇ ਵਰਡਸ ਮੈਂ ਹੋਰ ਲਗਾ ਦਾਂਗਾ ਬਾਅਦ ਚ ਪੂਰੀ ਸਰਚ ਕਰਕੇ ਜਸਟ ਇਹਦਾ ਸਮਝ ਲੱਗ ਗਈ ਨਾ ਵੀ ਕਿਸ ਤਰੀਕੇ ਨਾਲ ਕਰਨੇ ਹੋਣੇ ਨੇ ਕੋਈ ਡਾਊਟ ਹੈਗਾ ਰੂਲਸ ਆਪਾਂ ਇੱਕ ਵਾਰੀ ਸਾਰੇ ਵੇਖ ਲੈਂਦੇ ਹਾਂ ਦੁਬਾਰਾ ਉੱਪਰ ਵਾਲੇ ਆ statement exact given ਹੈ same meaning given ਆ then true statement opposite given ਆ then false ਜਦੋਂ ਤੁਸੀਂ ਡਿਸਾਈਡ ਨਾ ਕਰ ਪਾਓ ਵੀ ਇਹ true ਹੈ ਜਾਂ false ਹੈ ਫਿਰ not given ਕੁਝ ਪਾਰਟ ਜ਼ਰੂਰੀ ਨਹੀਂ ਵੀ ਇਨਫੋਰਮੇਸ਼ਨ ਪੂਰੀ ਦੀ ਪੂਰੀ ਗਾਇਬ ਹੋਊਗੀ ਕੁਝ ਪਾਰਟ ਜਿਹੜਾ ਕੁਐਸਚਨ ਦਾ ਜ਼ਰੂਰ ਗਿਵਨ ਹੋਊਗਾ ਟੈਕਸਟ ਦੇ ਵਿੱਚ ਠੀਕ ਆ ਮੈਥਡ ਕੀ ਆ ਸਭ ਤੋਂ ਪਹਿਲਾਂ ਆਪਾਂ ਮੇਨ ਕੰਟੈਂਟ ਫਾਈਂਡ ਆਊਟ ਕਰਨਾ ਸਟੇਟਮੈਂਟ ਦਾ ਮੇਨ ਕੰਟੈਂਟ ਕਿਸ ਤਰੀਕੇ ਨਾਲ ਫਾਈਂਡ ਆਊਟ ਕਰ ਸਕਦੇ ਆ ਇੱਕ ਕੁਐਸਚਨ ਪੁੱਛਣਾ ਵਟ ਲਗਾ ਕੇ ਜਾਂ ਫਿਰ ਜੇ ਕਨੈਕਟਰ ਯੂਜ਼ ਕੀਤਾ ਹੋਊਗਾ ਤੇ ਜਿਹੜਾ ਰੀਜ਼ਨ ਹੋਊਗਾ ਉਹ ਸੈਕੰਡਰੀ ਕੰਟੈਂਟ ਤੇ ਜਿਹੜੀ ਬਾਕੀ ਸਟੇਟਮੈਂਟ ਆ ਉਹ ਮੇਨ ਕੰਟੈਂਟ ਜੇ ਮੇਨ ਕੰਟੈਂਟ ਗਿਵਨ ਆ अगर मेन कंटेंट गिवन है देन आंसर यहाँ पे ट्रू होएगा या फिर होगा फॉल्स अगर मेन कंटेंट नहीं गिवन सेकेंडरी कंटेंट गिवन है देन उसका आंसर मोस्ट प्रोबेबली नॉट गिवन ही होएगा ठीक है जो रीजन गिवन है बट मेन कंटेंट नहीं गिवन उसका आंसर नॉट गिवन ही होएगा और मैं एक एक्सरसाइज सेंड कर लगा PDF दी